ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਾਮ ਕਲੀ ਦੀ ਵਾਰ ਵਿੱਚ ਪਵਿੱਤਰ ਪਾਵਨ 17ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਪਾਵਨ ਰਾਤ ਆੜ ਦੇ ਜਿਵੇਂ ਪ੍ਰਤੱਖ ਹਾੜੀ ਅਤੇ ਸੌਣੀ ਦੀਆਂ ਦੋ ਫਸਲਾਂ ਹੁੰਦੀਆਂ ਹਨ, ਇਸੇ ਪ੍ਰਕਾਰ ਰਾਤ ਸੌਣੀ ਦੀ ਤਰ੍ਹਾਂ ਹੈ ਤੇ ਦਿਨ ਹਾੜੀ ਦੀ ਤਰ੍ਹਾਂ ਹੈ। ਕਾਮ ਕ੍ਰੋਧ ਦੋਇ ਖੇਤ ਅਤੇ ਕਾਮ ਕ੍ਰੋਧ ਦੋ ਖੇਤ ਹਨ, ਅਰਥਾਤ ਕਾਮ ਲਾਉਣ ਦਾ ਖੇਤ, ਕਿਉਂਕਿ ਜੀਵ ਰਾਤ ਨੂੰ ਬੇਕਾਰ ਭੋਗਦੇ ਨੇ, ਤੇ ਕ੍ਰੋਧ ਹਾੜੀ ਦਾ ਖੇਤ ਹੈ, ਕਿਉਂਕਿ ਦਿਨ ਜੀਵ ਕ੍ਰੋਧ ਕਰਦੇ ਹਨ। ਜਾਂ ਜਿਵੇਂ ਸਾਵਣ ਦੇ ਮਹੀਨੇ ਵਰਖਾ ਹੁੰਦੀ ਹੈ, ਇਉਂ ਕਾਮੀ ਆਦਮੀ ਰਾਤ ਨੂੰ ਹਮੇਸ਼ਾ ਵਿਸ਼ਿਆਂ ਦੀ ਵਰਖਾ ਦੇ ਮੋਹ ਦੇ ਮਾਰੇ ਫਸੇ ਰਹਿੰਦੇ ਹਨ। ਅਤੇ ਜਿਵੇਂ ਹਾੜੀ ਵਿੱਚ ਬਹੁਤ ਗਰਮੀ ਹੁੰਦੀ ਹੈ, ਇੰਜ ਕ੍ਰੋਧੀ ਆਦਮੀ ਦਿਨ ਨੂੰ ਹਰ ਵਕਤ ਕ੍ਰੋਧ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ। ਲੱਭ ਵਤਰ ਦਰੋਗ ਬੀਓ ਜੋ ਜੀਵਾਂ ਨੂੰ ਪਦਾਰਥਾਂ ਦੇ ਖਾਣ ਦਾ ਲੱਭ ਲਾਲਚ ਹੈ, ਇਹ ਵਤਰ ਹੈ। ਜਿਹੜਾ ਦਰੋਗ ਹੈ, ਝੂਠ ਬੋਲਣਾ ਹੈ, ਇਹ ਬੀਜ ਹੈ। ਹਾਲੀ ਰਾਹ ਕੋਹੇਤ ਜੋ ਮੰਦ ਕਰਮ ਕਰਨ ਦਾ ਖੋਟਾ ਪ੍ਰੇਮ ਹੈ, ਇਹ ਰਾਹ ਬੀਜਣੇ ਵਾਲਾ ਹਾਲੀ ਹੈ। ਹਲ ਵਿਚਾਰ ਵਿਕਾਰ ਮਨ ਜੀਵਾਂ ਦੇ ਹਿਰਦੇ ਅੰਦਰ ਫੁੱਟ ਪਾਉਣ ਦੀ, ਨਿੰਦਿਆ ਕਰਨ ਦੀ, ਖੋਟੀ ਵਿਚਾਰ ਕਰਨੀ, ਇਹ ਹੱਲ ਹੈ। ਮਨ ਵਿੱਚ ਵਿਸ਼ੇ ਵਿਕਾਰਾਂ ਨੂੰ ਭੋਗਣ ਦੀ ਇੱਛਾ, ਇਹ ਮਨ ਬੋਹਲ ਹੈ। ਹੁਕਮੀ ਖੱਟੇ ਖਾ ਹੁਕਮ ਕਰਨ ਵਾਲੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਮੰਦ ਕਰਮ ਉਸੰਗਤ ਆਦਿਕ ਔਗਣਾਂ ਦੀ ਖੱਟੀ ਨੂੰ ਖੱਟ ਕੇ ਸੰਸਾਰ ਦੇ ਅੰਦਰ ਦੁੱਖ ਭੋਗਣ ਰੂਪ ਖਾਂਦਾ ਹੈ। ਨਾਨਕ ਲਿਖੈ ਮੰਗਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਦੋਂ ਜੀਵ ਦੇ ਪਾਸੋਂ ਪਰਮੇਸ਼ਰ ਨੇ ਪਰਲੋਕ ਦੇ ਵਿੱਚ ਹਿਸਾਬ ਕਿਤਾਬ ਮੰਗਿਆ, ਆਓ ਤਜਣੇਦਾ ਜਾ ਜੀਵ ਰੂਪ ਪਿਤਾ ਗਿਆਨ ਰੂਪੀ ਪੁੱਤਰ ਨੂੰ ਪੈਦਾ ਕਰੇ ਤੋਂ ਬਗੈਰ ਅੰਤਰਾ ਭਾਵ ਨਿਪੁੱਤਾ ਹੀ ਸੰਸਾਰ ਤੋਂ ਚਲਿਆ ਜਾਵੇਗਾ। ਜਾਂ ਤਦ ਐਸੇ ਜੀਵਾਂ ਨੂੰ ਜਰਨੇ ਵਾਲੇ ਅੰਤਰੇ ਹੀ ਜਾਂਦੇ ਹਨ। ਮਹੱਲਾ ਪਹਿਲਾ। ਫਿਰ ਸਤਿਗੁਰਾਂ ਨੂੰ ਪ੍ਰਸ਼ਨ ਕੀਤਾ ਕਿ ਹੇ ਸਤਿਗੁਰੂ ਜੀ, ਜੀਵ ਦਾ ਫਿਰ ਸੰਤਰਾ ਜੀਵ ਇਹ ਸੰਤਰਾ ਕਿਵੇਂ ਹੋ ਸਕਦਾ ਹੈ? ਧੀਆਂ ਪੁੱਤਾਂ ਵਾਲੇ ਨੂੰ ਸੰਤਰਾ ਕਹਿੰਦੇ ਨੇ। ਤਾਂ ਪਹਿਲੇ ਪਾਤਸ਼ਾਹ ਮਹੱਲਾ ਉਚਾਰ ਰਹੇ ਹਨ। ਭਾਉ ਭੋਏ ਪਵਿੱਤ ਪਾਣੀ। ਪਰਮੇਸ਼ਰ ਦਾ ਡਰ ਰੱਖਣਾ, ਇਹ ਜ਼ਮੀਨ ਹੋਣੀ ਚਾਹੀਦੀ ਹੈ। ਜਾਂ ਪਰਮੇਸ਼ਰ ਦੇ ਡਰ ਸਹਿਤ ਵਿਸ਼ਿਸ਼ਟ ਬੁੱਧੀ ਰੂਪ ਜ਼ਮੀਨ ਹੋਣੀ ਚਾਹੀਦੀ ਹੈ। ਤੇ ਪਵਿੱਤ ਪਾਣੀ ਵਿਕਾਰਾਂ ਵੱਲੋਂ ਚਿੱਤ ਨੂੰ ਪਵਿੱਤਰ ਕਰਨ ਰੂਪ ਪਾਣੀ ਬਣਾਉਣਾ ਚਾਹੀਦਾ ਹੈ। ਸਤ ਸੰਤੋਖ ਬਲੇ ਨਾਮ ਰੂਪੀ ਬੀਜ ਬੀਜਣ ਵਾਸਤੇ ਸਤ ਸੰਤੋਖ ਰੂਪੀ ਦੋ ਬਲਦ ਹੋਣੇ ਚਾਹੀਦੇ ਹਨ। ਹਾਲ ਹਲੇਬੀ ਹਾਲੀ ਚੇਤਾ। ਨਿਮਰਤਾ ਧਾਰਨੀ, ਇਹ ਹੱਲ ਹੋਣਾ ਚਾਹੀਦਾ ਹੈ। ਸ੍ਰੇਸ਼ਟ ਚਿੱਤ ਹਾਲੀ ਹੋਣਾ ਚਾਹੀਦਾ। ਹੱਲ ਨੂੰ ਵਾਹੁਣ ਵਾਲਾ ਜ਼ਿਮੀਂਦਾਰ ਮਨੁੱਖਾ ਜਨਮ ਦੇ ਵਿੱਚ ਵਾਹਿਗੁਰੂ ਨੂੰ ਯਾਦ ਕਰਨ ਦਾ ਵਕਤ ਇਹ ਵਤਰ ਹੋਣਾ ਚਾਹੀਦਾ ਹੈ।
ਚੇਤਾ ਵਤਰ ਵਕਤ ਸੰਜੋਗ। ਜਿਹੜਾ ਵਾਹਿਗੁਰੂ ਨੂੰ ਚੇਤੇ ਕਰਨਾ ਹੈ, ਯਾਦ ਕਰਨ ਦਾ ਵਕਤ ਇਹ ਵਤਰ ਹੋਣੀ ਚਾਹੀਦੀ ਹੈ। ਜਿਵੇਂ ਆ ਅੰਮ੍ਰਿਤ ਵੇਲਾ ਵਤ ਆਈ ਹੋਈ ਹੈ, ਹਰ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਜਿੰਨੇ ਵੀ ਕੰਮ ਨੇ ਉਹ ਅੰਮ੍ਰਿਤ ਵੇਲੇ ਜੇ ਕੀਤੇ ਜਾਣ ਤਾਂ ਜਲਦੀ ਨਿਬੜਦੇ ਨੇ। ਜਿਵੇਂ ਹਲ ਵਾਹੁਣ ਵਾਲਾ ਹਾਲੀ ਜੇ ਅੰਮ੍ਰਿਤ ਵੇਲੇ ਹੀ ਹਲ ਜੋ ਲਏ, ਜਿੰਨੇ ਚਿਰ ਨੂੰ ਧੁੱਪ ਚੜ੍ਹਨੀ ਹੈ, ਯਾਨੀ ਬਹੁਤੀ ਗਰਮੀ ਹੋਣੀ ਹੈ, ਉਹਨੇ ਚਿਰ ਨੂੰ ਪੈਲੀ ਵਾਹ ਕੇ ਆਪਦਾ ਰੋਟੀ ਪਾਣੀ ਖਾ ਕੇ ਆਰਾਮ ਕਰ ਸਕਦਾ ਹੈ। ਇਸੇ ਤਰ੍ਹਾਂ ਆ ਜਿਹੜੇ ਭਾਰ ਆਦਿ ਘਟਾਉਣ ਵਾਲੇ ਨੇ, ਇਹ ਵੀ ਗਰਮੀਆਂ ਦੇ ਦਿਨਾਂ ਦੇ ਵਿੱਚ ਠੰਡੇ ਠੰਡੇ ਅੰਮ੍ਰਿਤ ਵੇਲੇ ਆਪਦੀ ਦਿਹਾੜੀ ਪੂਰੀ ਕਰਕੇ ਤੇ ਦੁਪਹਿਰੇ ਆਰਾਮ ਕਰ ਸਕਦੇ ਹਨ। ਤੋ ਇਸ ਵਾਸਤੇ ਦੁਨੀਆ ਨੇ ਇਹ ਉਲਟੀ ਰੀਤੀ ਬਣਾ ਲਈ ਹੈ। ਬਾਜ਼ਾਰ ਦੁਕਾਨਦਾਰ ਜੋ 11 ਵਜੇ ਆਉਂਦੇ ਨੇ ਤੂੰ ਬਤਾਬ ਦਿਖਾਉਂਦੇ ਆ 12 ਵਜਾ ਦਿੰਦੇ ਨੇ, ਤੇ ਇੰਜ 12 ਵਜੇ ਤੱਕ ਕੋਈ ਸ਼ਟਰ ਹੀ ਨਹੀਂ ਖੋਲਦਾ। ਤੋ ਇਸ ਵਾਸਤੇ ਇਹ ਉਲਟੀ ਰੀਤੀ ਹੈ। ਜਿੰਨੇ ਵੀ ਕੰਮ ਜੇ ਇਸ ਵਕਤੇ ਸ਼ੁਰੂ ਹੋਣ ਤੇ ਇਸ ਵਕਤੇ ਨਿਬੜ ਜਾਣ ਤਾਂ ਉਹਦੇ ਨਾਲ ਮਾਨਸਿਕ ਸਥਿਤੀ ਵੀ ਠੀਕ ਰਹਿੰਦੀ ਹੈ। ਜਿਹੜਾ ਲੇਟ ਉੱਠਦਾ, ਲੇਟ ਕੰਮ ਕਰਦਾ, ਲੇਟ ਸੌਂਦਾ, ਉਹਦੀ ਮਾਨਸਿਕ ਸਥਿਤੀ ਵੀ ਸਹੀ ਨਹੀਂ ਹੈ। ਤੋ ਇਸ ਲਈ ਜਿਹੜਾ ਅੰਮ੍ਰਿਤ ਵੇਲਾ ਹੈ, ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਾਪ ਦਾ, ਗੁਰਾਂ ਦਾ ਜਿਹੜਾ ਸੋ ਸੰਜੋਗ ਕਰਨਾ ਹੈ, ਸੰਗਤ ਦੇ ਵਿੱਚ ਮਿਲਣਾ ਹੈ ਤੇ ਨਾਮ ਦਾ ਬੀਜ ਪਾ ਕੇ ਵਾਹਿਗੁਰੂ ਦੀ ਪ੍ਰਾਪਤੀ ਦਾ ਮੁੱਢ ਬਣਨਾ ਹੈ। ਇਹ ਸੋਹਣਾ ਵਕਤ ਹੈ ਅੰਮ੍ਰਿਤ ਵੇਲਾ। ਸੱਚ ਨਾਉ ਵਡਿਆਈ ਵਿਚਾਰ, ਇਹ ਵਤਰ ਆਈ ਹੋਈ ਹੈ ਜ਼ਮੀਨ। ਫਿਰ ਧੁੱਪ ਦੇ ਨਾਲ ਤਾਂ ਬਹੁਤੀ ਪਾੜ ਜਾਏਗੀ, ਸੁੱਕ ਜਾਏਗੀ। ਸੋ ਗੁਰਾਂ ਨਾਲ ਮਿਲਣ ਦਾ ਸਮਾਂ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਸੰਯੋਗ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ, ਚੇਤਾ ਵਤਰ ਵਕਤ ਸੰਯੋਗ। ਜਿਵੇਂ ਖੇਤੀ ਦੇ ਬੀਜ ਦੇ ਸੰਯੋਗ ਕਰਕੇ ਧਰਤੀ ਵਿੱਚ ਹਜ਼ਾਰਾਂ ਮਣਾ ਦਾਣੇ ਪੈਦਾ ਹੁੰਦੇ ਨੇ, ਇੰਜ ਪਰਮੇਸ਼ਰ ਦੀ ਪ੍ਰਾਪਤੀ ਗੁਰਾਂ ਦੇ ਸੰਯੋਗ ਕਰਕੇ ਹੁੰਦੀ ਹੈ। ਤੋ ਇਸ ਲਈ ਜਿਹੜਾ ਚੇਤਾ ਕਰਨਾ ਹੈ, ਚਿੱਤ ਕਰਨ ਦਾ ਵਕਤ ਇਹ ਵਤਰ ਹੋਣੀ ਚਾਹੀਦੀ ਹੈ। ਨਾਉ ਬੀਜ ਬਖਸ਼ੀਸ ਬੋਹਾਲ, ਨਾਮ ਜਪਨ ਰੂਪੀ ਬੀਜ ਜੋ ਪਰਮੇਸ਼ਰ ਦੀ ਆਤਮਿਕ ਵਸਤੂ ਦੀ ਬਖਸ਼ਿਸ਼ ਹੈ, ਇਹ ਬੋਹਲ ਲੱਗਣਾ ਹੈ। ਜਾਂ ਗੁਰਾਂ ਦੀ ਬਖਸ਼ਿਸ਼ ਹੋਣੀ, ਇਹ ਬੋਹਲ ਲੱਗਣਾ ਹੈ। ਦੁਨੀਆ ਸਾਗਲ ਦਰੋਗ, ਸਾਰੀ ਦੁਨੀਆ ਝੂਠੀ ਸਮਝਣੀ, ਇਹ ਫਲ ਪ੍ਰਾਪਤ ਕਰਨਾ ਹੈ। ਜਾਂ ਇਸ ਬੋਲ ਉੱਤੇ ਬਸਤਰ ਪਾਉਣਾ ਹੈ। ਨਾਨਕ ਨਦਰੀ ਕਰਮ ਹੋਏ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਜਦ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਜਬ ਹੈ ਸਗਲ ਵਿਜੋਗ, ਤਾਂ ਸਾਰੇ ਵਿਛੋੜੇ ਭਾਵ ਜਨਮਾਂ ਜਨਮਾਂਤਰਾਂ ਦੇ ਦੁੱਖ ਉਹ ਚਲੇ ਜਾਂਦੇ ਹਨ। ਜਿਵੇਂ ਜ਼ਿਮੀਂਦਾਰ ਦੀ ਚੰਗੀ ਖੇਤੀ ਹੋ ਜਾਏ ਤਾਂ ਉਸ ਦਾ ਸਾਰਾ ਕਰਜ਼ਾ ਲੈ ਜਾਂਦਾ ਹੈ, ਤੇ ਜਿਹੜਾ ਕੋਈ ਘਾਟਾ ਹੁੰਦਾ ਉਹ ਵੀ ਨਾਸ਼ ਹੋ ਜਾਂਦਾ ਹੈ, ਤੇ ਸਾਰੇ ਦੁੱਖ ਵੀ ਚਲੇ ਜਾਂਦੇ ਨੇ। ਇੰਜ ਸ਼ੁਭ ਗੁਣਾ ਰੂਪੀ ਖੇਤੀ ਕਰਨ ਵਾਲੀ ਗੁਰਮੁਖ ਜਨਾਂ ਦਾ ਵਾਹਿਗੁਰੂ ਵੱਲੋਂ ਪਿਆ ਵਿਛੋੜਾ ਤੇ 84 ਲੱਖ ਜੂਨਾਂ ਦਾ ਸਾਰਾ ਘਾਟਾ ਚੁੱਕਿਆ ਜਾਂਦਾ ਹੈ। ਪੌੜੀ ਇਹ ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਚਾਰ ਰਹੇ ਹਨ। ਮਨ ਮੁਖ ਮੋਹ ਗੁਬਾਰ ਹੈ, ਮਨਮੁਖ ਜੀਵ ਦੇ ਹਿਰਦੇ ਵਿੱਚ ਮੋਹ ਦਾ ਗਾੜਾ ਹਨੇਰਾ ਪਿਆ ਹੋਇਆ ਹੈ। ਦੂਜੈ ਭਾਈ ਬੋਲੇ, ਇਸੇ ਕਰਕੇ ਹਰ ਵਕਤ
ਦਵੈਤ ਭਾਵ ਵਾਲੀ ਬੋਲਾਂ ਨੂੰ ਹੀ ਬੋਲਦਾ ਹੈ। ਦੂਜੈ ਭਾਏ ਸਦਾ ਦੁਖ ਹੈ। ਦਵੈਤ ਭਾਵ ਦੇ ਵਿੱਚ ਲੱਗਣ ਕਰਕੇ ਹਮੇਸ਼ਾ ਕਸ਼ਟ ਹੀ ਪ੍ਰਾਪਤ ਹੁੰਦਾ ਹੈ। ਨਿਤ ਨੀਰ ਵਿਰੁਲਾ, ਕਿਉਂਕਿ ਦਵੈਤ ਭਾਵ ਵਾਲਾ ਪੁਰਖ ਨਿਤਾ ਪ੍ਰਤੀ ਪਾਣੀ ਹੀ ਰੜਕਦਾ ਰਹਿੰਦਾ, ਸਕਾਮ ਕਰਮਾਂ ਰੂਪੀ ਪਾਣੀ ਨੂੰ ਹੀ ਵਿਰੋਲਦਾ ਰਿੜਕਦਾ ਹੈ, ਜਿਸ ਕਰਕੇ ਵਿਸ਼ੇ ਸੁਖ ਰੂਪੀ ਝਾਗੀ ਹੱਥ ਆਉਂਦੀ ਹੈ, ਬ੍ਰਹਮਾਨੰਦ ਰੂਪੀ ਮੱਖਣ ਹੱਥ ਨਹੀਂ ਆਉਂਦਾ। ਗੁਰਮੁਖ ਨਾਮ ਧਿਆਈਐ, ਜਿਹੜਾ ਗੁਰਮੁਖ ਜਨ ਗੁਰੂ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਧਿਆਉਣਾ ਕਰਦਾ ਹੈ, ਮੱਥ ਤਤ ਕਢੋਲੇ, ਉਹ ਮੱਥ ਰਿੜਕ ਕੇ ਭਾਵ ਵਿਚਾਰ ਕਰਕੇ ਤਤ ਸਿਧਾਂਤ ਰੂਪ ਮੱਖਣ ਨੂੰ ਕੱਢ ਲੈਂਦਾ ਹੈ ਅਤੇ ਅੰਤਰ ਪ੍ਰਗਾਸ ਘਟ ਚਾਨਣਾ, ਉਸ ਦੇ ਘਟ ਹਿਰਦੇ ਵਿੱਚ ਗੁਰੂ ਉਪਦੇਸ਼ ਨੂੰ ਕਮਾਉਣੇ ਕਰਕੇ ਗਿਆਨ ਸਰੂਪ ਦੇ ਜਾਂ ਪਰੋਖ ਗਿਆਨ ਦੇ ਪ੍ਰਕਾਸ਼ ਦਾ ਚਾਨਣਾ ਹੋ ਜਾਂਦਾ ਹੈ। ਹਰ ਲੱਧਾ ਟੋਲੇ, ਉਸੇ ਪਰੋਖ ਗਿਆਨ ਦੁਆਰਾ ਹਰੀ ਪਰਮੇਸ਼ਰ ਨੂੰ ਟੋਲਾ ਖੋਜ ਕੇ ਉਹ ਲੱਧਾ ਲੱਭ ਲੈਂਦਾ ਹੈ। ਆਪੇ ਭਰਮ ਭੁਲਾਏਂਦਾ, ਗੁਰਮੁਖ ਜਨ ਜਾਣਦੇ ਹਨ ਕਿ ਪਰਮੇਸ਼ਰ ਆਪ ਹੀ ਜੀਵਾਂ ਨੂੰ ਤਮੋ ਗੁਣ ਸੁਭਾਅ ਵਾਲੇ ਜਾਣ ਕੇ ਉਹਨਾਂ ਦੇ ਕੀਤੇ ਕਰਮਾਂ ਦਾ ਫਲ ਦੇਣ ਵਾਸਤੇ ਭਰਮ ਦੇ ਵਿੱਚ ਭੁਲਾ ਦਿੰਦਾ ਹੈ। ਕਿਛ ਕਹਿਣ ਨ ਜਾਈ, ਪਰ ਉਸ ਨੂੰ ਕੁਝ ਕਿਹਾ ਨਹੀਂ ਜਾ ਸਕਦਾ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਹ ਜੋ ਪਾਵਨ ਪੰਕਤੀ ਹੈ ਇਹ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹੁਕਮ ਮੁਤਾਬਕ ਹਰ ਪੌੜੀ ਤੋਂ ਬਾਅਦ ਪੜ੍ਹਨੀ ਲਾਜ਼ਮੀ ਹੈ। ਇਹ ਸੱਚੇ ਪਾਤਸ਼ਾਹ ਤੂੰ ਵਾਹੋ ਵਿਸਮਾਤ ਅਤੇ ਵਾਹੋ ਅਚਰਜ ਸਰੂਪ ਹੈ, ਤੂੰ ਸੱਚੀ ਨਾਈ ਅਤੇ ਤੂੰ ਆਪ ਹੀ ਸੱਚੀ ਨਾਈ ਮਹਿਮਾ ਆਵਾਜ਼ ਵਾਲਾ ਹੈ। ਸ਼ਲੋਕ ਮਹੱਲਾ ਦੂਜਾ। ਦੂਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਪਾਵਨ ਸ਼ਲੋਕ ਰਾਮਕਲੀ ਦੀ ਵਾਰ ਵਿੱਚ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਕਿ ਸਾਨੂੰ ਵੱਡੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਉਪਦੇਸ਼ ਦਿੱਤਾ ਹੈ ਕਿ ਇਹ ਭਾਈ ਆਉਣ ਵਾਲੇ ਸਮੇਂ ਦੀ ਚਿੰਤਾ ਸੋਚ ਮਤਾ ਤੁਸੀਂ ਕਰੋ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਤਪਾਲ ਹੀ ਲਿਖੈ ਸਾਸ ਗਰਾਸ। ਸਤਿਗੁਰੂ ਜੀ ਕਹਿੰਦੇ ਚਿੰਤਾ ਕਾਦੀ ਕਰਨੀ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਹੋ ਮੈਂ ਕਹਿ ਨਾ ਕੋਏ। ਵਾਹਿਗੁਰੂ ਦੇ ਹੁਕਮ 'ਚ ਸਭ ਕੁਝ ਹੋ ਰਿਹਾ ਹੈ, ਇਸ ਲਈ ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਰਮਾਈ। ਸਾਡੀ ਸਾਰੀ ਉਸ ਚਿੰਤਾ ਚਲੀ ਗਈ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੀ ਸਰੂਪ ਦਿਖਾਈ ਦੇ ਰਿਹਾ ਹੈ, ਸਭ ਗੁਰੂ ਨਾਨਕ ਸਾਹਿਬ ਸਰੂਪ ਹੀ ਹੈ। ਮਹਾਰਾਜ ਆਪ ਹੀ ਸਭ ਕੁਝ ਕਰ ਕਰਾ ਰਿਹਾ ਹੈ। ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ, ਜਿਹਨੇ ਜਗਤ ਪੈਦਾ ਕੀਤਾ ਚਿੰਤਾ ਤਾਂ ਉਹ ਕਰੇ, ਕਿਉਂਕਿ ਹੁਣ ਤਾਂ ਸਾਨੂੰ ਚਿੰਤਾ ਪੈ ਗਈ ਆਪਣੇ ਬਾਲ ਬੱਚਿਆਂ ਦੀ। ਉਦੋਂ ਅਸੀਂ ਚਿੰਤਾ ਵਾਲੇ ਕਿੱਥੇ ਸੀਗੇ ਜਦ ਅਸੀਂ ਜੰਮੇ ਹੀ ਨਹੀਂ ਸੀਗੇ। ਤੁਸੀਂ ਦੱਸੋ, ਜਦ ਮਾਤਾ ਦੀ ਉਦਰ ਦੇ ਵਿੱਚ ਜਠਰਾਗਨੀ ਲਟ ਲਟ ਕਰਕੇ ਬਲ ਰਹੀ ਸੀਗੀ, ਔਰ ਉਹ ਇੰਨੀ ਅਗਨੀ ਪ੍ਰਬਲ ਸੀ ਜਿਹਦੇ ਵਿੱਚ
ਮਾਤਾ ਦੇ ਖਾਧੇ ਹੋਏ ਰੋੜ ਵੀ ਹਜਮ ਹੋ ਸਕਦੇ ਸਨ। ਜਿਵੇਂ ਆਵੇ ਵਿੱਚ ਚੱਟਾਂ ਪੱਕਦੀਆਂ ਨੇ, ਇੰਜ ਮਹਾਰਾਜ ਨੇ ਸਰੀਰ ਨੂੰ ਪਕਾਇਆ, ਪਰ ਹੁਣ ਕੁਝ ਨਹੀਂ ਦਿੱਤਾ। ਤੋ ਇਸ ਲਈ ਪਾਤਸ਼ਾਹ ਫਰਮਾਉਂਦੇ ਨੇ, ਪ੍ਰਤਪਾਲ ਮਾਤਾ ਉਦਰ ਰਾਖੈ, ਲੱਗਣ ਦੇ ਤੁਨਾ ਸੇਕ, ਸੋਈ ਸੁਆਮੀ ਇਹਾਂ ਰਾਖੈ, ਬੂਝ ਬੁੱਧ ਵਿਵੇਕ। ਮੇਰੇ ਮਨ ਨਾਮ ਕੀ ਕਰਟੇ, ਇਹ ਗੁਰਮੁਖੋ ਨਾਨਕ ਚਿੰਤਾ ਮਤ ਕਰੋ। ਸ੍ਰੀ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ ਕਿ ਮਤਾ ਤੁਸੀਂ ਚਿੰਤਾ ਕਰੋ ਭਾਈ, ਚਿੰਤਾ ਤੇ ਸਹੀ ਹੈ, ਕਿਉਂਕਿ ਤੁਹਾਡੇ ਪਾਲਣ ਪੋਸ਼ਣ ਦੀ ਚਿੰਤਾ ਇਸ ਵਾਹਿਗੁਰੂ ਅਕਾਲ ਪੁਰਖ ਨੂੰ ਖੁਦ ਆਪ ਹੈ। ਜਲ ਮਹਿ ਜਾਂਦੇ ਉਪਾਇਨ, ਵੇਖੋ ਪਰਮੇਸ਼ਰ ਨੇ ਜਲ ਦੇ ਵਿੱਚ ਜੀ ਪੈਦਾ ਕੀਤੇ ਨੇ। 42 ਲੱਖ ਜੀ ਜਲ ਮੇ ਹੋਤੇ, 84 ਲੱਖ ਜੂਨਾਂ ਦੇ ਵਿੱਚੋਂ 42 ਲੱਖ ਜੂਨ ਰੱਬ ਨੇ ਪਾਣੀ 'ਚ ਪੈਦਾ ਕੀਤੀ ਹੈ। ਤੇ ਨਾ ਫੇਰੋ ਜੀ ਦੇ, ਉਹਨਾਂ ਨੂੰ ਵੀ ਪਰਮੇਸ਼ਰ ਪਾਣੀ ਵਿੱਚ ਵੀ ਰੋਜੀ ਰੋਟੀ ਦੇ ਰਿਹਾ ਹੈ। ਫਿਰ ਆਪਾਂ ਕਿਉਂ ਭਾਈ ਖਾਣ ਪੀਣ ਦੀ ਚਿੰਤਾ ਕਰਦੇ ਆ? ਉੱਥੇ ਹੱਠ ਨਾ ਚੱਲਈ, ਉੱਥੇ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੀ ਨਦੀਆਂ ਸਮੁੰਦਰਾਂ ਆਦਿ ਵਿੱਚ ਕੋਈ ਦੁਕਾਨ ਵੀ ਨਹੀਂ ਚੱਲਦੀ, ਨਾ ਕੋ ਕਿਰਸ ਕਰੇ, ਅਤੇ ਉੱਥੇ ਨਾ ਹੀ ਕੋਈ ਖੇਤੀ ਕਰਦਾ ਹੈ। ਸਾਡਾ ਤਾਂ ਘਰ ਸੌਦਾ ਮੁੱਕ ਜਾਏ, ਆਪਾਂ ਝੱਟ ਉਹ ਚੀਜ਼ ਪੈਸੇ ਹੋਣੇ ਚਾਹੀਦੇ ਨੇ, ਦੁਕਾਨ ਨੂੰ ਖਰੀਦ ਸਕਦੇ ਹਾਂ। ਹਾੜੀ ਸੋਣੀ ਖੇਤੀ ਆ ਰਹੀ ਹੈ ਸੁੱਖ ਨਾਲ, 5-5 ਕੁਇੰਟਲ ਦੇ ਡਰਮ ਸਾਡੇ ਆਮ ਹੀ ਛੋਟੇ ਮੋਟੇ ਘਰਾਂ ਵਿੱਚ ਭਰੇ ਹੋਏ ਨੇ। ਬੜੀ ਗੁਰੂ ਸਾਹਿਬ ਦੀ ਕਿਰਪਾ ਹੈ, ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੈ। ਪਰ ਕੋਈ ਉੱਥੇ ਖੇਤੀ ਨਹੀਂ, ਕੋਈ ਹਾੜੀ ਸੋਣੀ ਨਹੀਂ, ਕੋਈ ਦੁਕਾਨ ਨਹੀਂ, ਕੋਈ ਉਹਨਾਂ ਦਾ ਮਕਾਨ ਨਹੀਂ ਹੈ। ਮੈਂ ਤਾਂ ਹੈਰਾਨ ਕਿ ਮੱਛੀਆਂ ਦੀਆਂ ਪਲਕਾਂ ਨਹੀਂ ਹੁੰਦੀਆਂ। ਆਪਾਂ ਤਾਂ ਵੇਖੋ ਸਾਡੇ ਬੈੱਡਰੂਮ ਨੇ, ਬੜੇ ਆਰਾਮ ਨਾਲ ਪਲਕਾਂ ਬੰਦ ਕਰਕੇ ਸੌਂਦੇ ਆ, ਭੁੱਖ ਲੱਗੀ ਤੋਂ ਛਕਦੇ ਆ। ਜਿਹਦੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਏ, ਜਿਹਦੀ ਕਿਰਪਾ ਦੇ ਨਾਲ 36 ਪ੍ਰਕਾਰ ਦੇ ਪਦਾਰਥ ਛਕਦੇ ਆ। ਇੱਕ ਨਾ ਛੱਤੀ ਹੀ ਅੰਮ੍ਰਿਤ ਪਾਹੇ, ਇੱਕ ਮਿੱਟੀਆ ਮਹਿ ਮਿੱਟੀਆ ਖਾਹੇ, ਇੱਕ ਸਾਰੀ ਪੌਣਸਾਰ, ਇੱਕ ਨਵੇਂ ਆਧਾਰ, ਜੀਵੈ ਦਾਤਾ ਮਰੇ ਨਾ ਕੋਏ। ਬੜਾ ਮਹਾਰਾਜ ਨੇ ਸੁਖ ਦਿੱਤਾ, ਬੜੀਆਂ ਸਹੂਲਤਾਂ ਦਿੱਤੀਆਂ ਨੇ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਕਰੈ ਸੰਗ ਸੁਖ ਬਸਨਾ, 8 ਪੈਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆ ਮਨ ਜੋਗ। ਉੱਥੇ ਪਾਣੀ ਵਿੱਚ ਵੇਖੋ ਕੋਈ ਹੱਟੀ ਨਹੀਂ, ਨਾ ਕੋਈ ਖੇਤੀ ਕਰਦਾ, ਸੌਦਾ ਮੂਲ ਨਾ ਹੋਵਈ। ਉੱਥੇ ਨਾ ਕੋਈ ਸੌਦਾ ਵਣਜ ਵਪਾਰ ਕਦਾਚਿਤ ਨਹੀਂ ਹੋ ਰਿਹਾ, ਨਾ ਕੋ ਲਏ ਨਾ ਦੇ, ਅਤੇ ਨਾ ਹੀ ਕੋਈ ਸੌਦਾ ਕਿਸੇ ਤੋਂ ਲੈਂਦਾ ਹੈ, ਅਤੇ ਨਾ ਹੀ ਕਿਸੇ ਨੂੰ ਕੋਈ ਸੌਦਾ ਦਿੰਦਾ ਹੈ। ਜੀਆਂ ਕਾ ਆਹਾਰ ਜੀ, ਉੱਥੇ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ ਨੇ। ਜੀਵਾਂ ਦਾ ਭੋਜਨ ਜੀਵ ਹੀ ਬਣੇ ਹੋਏ ਨੇ, ਖਾਣਾ ਇਹੋ ਕਰੇ, ਇਹੀ ਭੋਜਨ ਉੱਥੇ ਖਾਣਾ ਕਰਦੇ ਨੇ। ਤੇ ਸਾਨੂੰ ਵੇਖੋ ਰੋਟੀ ਤਾਂ ਹੁਣ ਬੜੀ ਦੂਰ ਰਹਿ ਗਈ, ਬਰਗਰ ਪੀਜੇ ਮਰ ਫਾਸਟ ਫੂਡ ਨਿਊਡਲ ਕੀ ਤੇ ਹੋਰ ਵੇਖੋ ਕਈ ਪ੍ਰਕਾਰ ਦੇ ਮਠਿਆਈਆਂ ਕੇਕ ਪਦਾਰਥ ਖਾਣ ਪੀਣ ਨੂੰ ਮਹਾਰਾਜ ਨੇ ਕਿੰਨਾ ਕੁਛ ਕੀਤਾ ਹੋਇਆ ਹੈ। ਤੇ ਉੱਥੇ ਪਾਣੀ ਦੇ ਵਿੱਚ ਵਿਚਾਰੀਆਂ ਮੱਛੀਆਂ ਕੀ ਖਾਂਦੀਆਂ ਨੇ? ਜਾਲਾ। ਸੱਪ ਕੀ ਖਾਂਦੇ ਨੇ? ਮਿੱਟੀ। ਵਿੱਚ ਪਾਏ ਸਾਇਰਾ, ਇਸ ਪ੍ਰਕਾਰ ਸਾਇਰਾ ਸਮੁੰਦਰ ਵਿੱਚ ਅਨੇਕਾਂ ਜੀਵ ਵਾਹਿਗੁਰੂ ਜੀ ਨੇ ਪੈਦਾ ਕੀਤੇ ਨੇ। ਇਹਨਾਂ ਬੇਸਾਰ ਕਰੇ, ਇਹਨਾਂ ਦੀ ਵੀ ਸੰਭਾਲ ਪਰਮੇਸ਼ਰ ਹੀ ਕਰਦਾ ਹੈ। ਇਸ ਲਈ ਇਹ ਗੁਰਮੁਖੋ ਦੂਜੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਸਾਨੂੰ ਸਾਡੇ ਪਹਿਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇੰਜ ਸਿੱਖਿਆ ਸਮਝਾਈ ਹੈ ਕਿ ਨਾਨਕ ਚਿੰਤਾ ਮਤ ਕਰੋ। ਇਹ ਭਾਈ ਆਉਣ ਵਾਲੇ ਸਮੇਂ ਦੀ ਚਿੰਤਾ ਸੋਚ ਮਤਾਂ ਕਰੋ। ਚਿੰਤਾ ਤੇ ਸਹੀ ਹੈ, ਕਿਉਂਕਿ ਸਾਰਿਆਂ ਦੇ ਪਾਲਣ ਪੋਸ਼ਣ ਦੀ ਚਿੰਤਾ ਸੋਚ
ਉਸੇ ਵਾਹਿਗੁਰੂ ਨੂੰ ਹੀ ਹੈ। ਤੁਸੀਂ ਭਲਾ ਕਿਉਂ ਐਵੇਂ ਫਜ਼ੂਲ ਦੀ ਸਿਰਦਰਦੀ ਲੈਂਦੇ ਪਏ ਹੋ? ਜਾਂ ਸਾਡੇ ਸੋਚੇ ਨਾਲ ਕੁਝ ਹੋਣਾ ਹੀ ਨਹੀਂ। ਸਭ ਨੇ ਛਾਲਾਂ ਮਾਰੀਆਂ, ਛਾਲਾਂ ਸਭ ਮਾਰਦੇ ਨੇ, ਪਰ ਕਰਤਾ ਕਰੇ ਸੋ ਹੋਏ। ਜੋ ਕਰਤਾ ਕਰੇਗਾ ਸੋ ਹੋਵੇਗਾ, ਜੋ ਕਰ ਰਿਹਾ ਸੋ ਹੋ ਰਿਹਾ, ਜੋ ਕਰਦਾ ਸੀ ਸੋ ਹੁੰਦਾ ਸੀ। ਤੇ ਚਿੰਤਾ ਕਾਹਦੀ? ਚਿੰਤਾ ਛੱਡ ਕੇ ਸਾਨੂੰ ਮਹਾਰਾਜ ਦਾ ਨਾਮ ਜਪਣਾ ਚਾਹੀਦਾ ਹੈ। ਮਹੱਲਾ ਪਹਿਲਾ। ਨਾਨਕ ਇਹੋ ਜਿਉ ਮਛਲੀ। ਇੱਥੋਂ ਗੁਰੂ ਸਾਹਿਬ ਜੀ ਪ੍ਰਕਰਨ ਚੇਂਜ ਕਰਦੇ ਨੇ। ਇਹ ਮੌਤ ਦਾ ਪ੍ਰਕਰਨ ਹੈ, ਬਹੁਤ ਵੈਰਾਗਮਈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਸ ਵਕਤ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਸੰਗਤਾਂ ਨੂੰ ਤਾਰ ਰਹੇ ਸਨ, ਤਾਂ ਸਤਿਗੁਰਾਂ ਦੀ ਮਹਿਮਾ ਸੁਣ ਕੇ ਇੱਕ ਕਾਰੀਗਰਾਂ ਦਾ ਲੜਕਾ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਆਉਣ ਲੱਗਾ, ਜੋ ਹਰ ਰੋਜ਼ ਸੰਗਤ ਵਿੱਚ ਖੜਾ ਹੋ ਕੇ ਸਤਿਗੁਰਾਂ ਦੇ ਬਚਨ ਸੁਣਦਾ ਹੁੰਦਾ ਸੀ। ਇੱਕ ਦਿਨ ਅੰਮ੍ਰਿਤ ਵੇਲੇ ਦੀਵਾਨ ਸਜਿਆ ਹੋਇਆ ਸੀ। ਦੀਵਾਨ ਦੀ ਸੰਪੂਰਨਤਾ ਤੋਂ ਬਾਅਦ ਸਤਿਗੁਰਾਂ ਨੇ ਉਸ ਬੱਚੇ ਨੂੰ ਆਪਦੇ ਕੋਲ ਬੁਲਾਇਆ ਅਤੇ ਪੁੱਛਣ ਲੱਗੇ ਕਿ ਪ੍ਰੇਮੀਆ, ਕੀ ਗੱਲ ਹੈ? ਤੂੰ ਨੀਂਦ ਨੂੰ ਤਿਆਗ ਕੇ ਖੜਾ ਕਿਉਂ ਰਹਿੰਦਾ ਹੈ? ਤੇਰੀ ਉਮਰ ਛੋਟੀ ਹੈ। ਇਸ ਉਮਰ ਵਿੱਚ ਤਾਂ ਸੌਣ ਦੇ ਖੇਲਣ ਦਾ ਸਮਾਂ ਹੁੰਦਾ। ਤਾਂ ਸਤਿਗੁਰਾਂ ਦੇ ਇਹ ਬਚਨ ਸੁਣ ਕੇ ਬੱਚਾ ਕਹਿਣ ਲੱਗਾ ਕਿ ਸਤਿਗੁਰੂ ਜੀ, ਇੱਕ ਦਿਨ ਦੀ ਗੱਲ ਹੈ ਕਿ ਮੇਰੀ ਮਾਤਾ ਨੇ ਕਿਹਾ ਕਿ ਇਹ ਪੁੱਤਰ ਅੱਗ ਬਾਲ। ਜਦ ਮੈਂ ਅੱਗ ਬਾਲਣ ਲੱਗਾ ਤਾਂ ਮੈਥੋਂ ਅੱਗ ਬਲੇ ਕੋਈ ਨਾ। ਜਦ ਅੱਗ ਨਾ ਮਿਲੀ ਤਾਂ ਮੇਰੀ ਮਾਤਾ ਨੇ ਕਿਹਾ, ਇਹ ਪੁੱਤਰ ਨਿੱਕੀਆਂ ਨਿੱਕੀਆਂ ਲੱਕੜਾਂ ਨੂੰ ਅੱਗ ਲਾ, ਫਿਰ ਆਪੇ ਹੀ ਵੱਡੀਆਂ ਲੱਕੜਾਂ ਨੂੰ ਅੱਗ ਲੱਗ ਜਾਵੇਗੀ। ਜਦੋਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਗਾਈ ਤਾਂ ਵੱਡੀਆਂ ਲੱਕੜਾਂ ਨੂੰ ਵੀ ਅੱਗ ਲੱਗ ਗਈ। ਇਹ ਵੇਖ ਕੇ ਮੇਰੇ ਮਨ ਵਿੱਚ ਇੱਕ ਵਿਚਾਰ ਫੁਰੀ ਕਿ ਬਿਲਕੁਲ ਕਾਲ ਦਾ ਵੀ ਇਹੋ ਜਿਹਾ ਸੁਭਾਅ ਹੈ। ਜਿਵੇਂ ਛੋਟੀਆਂ ਲੱਕੜਾਂ ਨੂੰ ਅੱਗ ਲੱਗ ਗਈ ਆ, ਕੀ ਪਤਾ ਕਿ ਮੈਂ ਵੀ ਛੋਟਾ ਹੁੰਦਾ ਹੀ ਮਰ ਜਾਵਾਂ, ਜਵਾਨੀ ਨਾ ਹੀ ਭੋਗਾਂ। ਇਉਂ ਕਾਲ ਦਾ ਭੈ ਤਾਰ ਕੇ ਇਹ ਸੱਚੇ ਪਾਤਸ਼ਾਹ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਅਤੇ ਨੀਂਦ ਦਾ ਤਿਆਗ ਕਰਕੇ ਖੜਾ ਹੋ ਕੇ ਕੀਰਤਨ ਸੁਣਦਾ ਰਹਿੰਦਾ ਹਾਂ, ਕਿਉਂਕਿ ਬੈਠ ਕੇ ਤਾਂ ਝਾਟੀ ਨੀਂਦਰ ਆ ਜਾਂਦੀ ਹੈ। ਮੇਰਾ ਤਾਂ ਸੁਭਾਅ ਹੀ ਐਸਾ, ਬਹਿੰਦਿਆਂ ਸਾਰੀ ਅੱਖਾਂ ਬੰਦ ਹੋ ਜਾਂਦੀਆਂ, ਝੋਕਾਂ ਆਉਣ ਲੱਗ ਪੈਂਦੀਆਂ, ਢੋਲ ਆ ਕੇ ਇੱਕਦਮ ਨੀਂਦਰ ਦਾ ਜ਼ੋਰ ਪੈ ਜਾਂਦਾ। ਕੋਈ ਕਥਾ ਕੀਰਤਨ ਕੰਨ ਦੇ ਵਿੱਚ ਨਹੀਂ ਪੈਂਦਾ। ਸੋ ਪੰਜ ਪਿਆਰੇ ਸਾਹਿਬਾਨ ਵੀ ਜਦ ਅੰਮ੍ਰਿਤ ਛਕਾਉਂਦੇ ਨੇ ਤਾਂ ਖੜੇ ਹੋ ਕੇ ਹੱਥ ਜੋੜ ਕੇ ਬਾਣੀ ਸੁਣਨ ਦੀ ਆਗਿਆ ਕਰਦੇ ਨੇ, ਕਿਉਂਕਿ ਖੜਾ ਬੰਦਾ ਕਰੀਬਨ ਐਕਟਿਵ ਰਹਿੰਦਾ ਹੈ। ਇਸ ਲਈ ਮੈਂ ਤਾਂ ਗੁਟਕਾ ਸਾਹਿਬ ਫੜ ਲਈਦਾ ਵੀ ਨਾਲੇ ਪਾਠ ਕਰੋ, ਜ਼ਬਾਨ ਹਿਲਾਈ ਜਾਓ, ਨਾਲੇ ਸੁਣੀ ਜਾਓ। ਦੋਵੇਂ ਕੰਮ ਹੋ ਜਾਂਦੇ, ਨਾਲੇ ਪਾਠ ਵੀ ਤੇ ਨਾਲੇ ਕਥਾ ਕੀਰਤਨ 'ਚ ਵੀ ਹਾਜ਼ਰੀ। ਤੇ ਜੇ ਚੁੱਪ ਕਰਕੇ ਬੈਠ ਜਾਓ ਤੇ ਕਥਾ ਕੀਰਤਨ ਤੋਂ ਵੀ ਬੰਦਾ ਵਾਂਝਾ ਰਹਿ ਜਾਂਦਾ, ਪਾਠ ਵੀ ਨਹੀਂ ਹੁੰਦਾ। ਇਸ ਲਈ ਬੈਠਦਿਆਂ ਸਾਰ ਮਨ ਨੂੰ ਸੁਸਤੀ ਘੇਰ ਲੈਂਦੀ ਹੈ, ਖੜੇ ਹੋ ਕੇ ਸਾਵਧਾਨੀ ਰਹਿੰਦੀ ਹੈ। ਪਾਤਸ਼ਾਹ ਦਾ ਵਚਨ ਹੈ। ਅੱਜ ਕੱਲ੍ਹ ਦਾ ਤਾਂ ਜ਼ਮਾਨਾ ਹੀ ਇਸ ਤਰ੍ਹਾਂ ਦਾ ਹੈ। ਆ ਬੈਂਕਾਂ ਦੇ ਵਿੱਚ, ਹੋਰ ਨਾ ਸਕੂਲਾਂ ਕਾਲਜਾਂ ਦੇ ਵਿੱਚ ਖੜੇ ਹੋ ਕੇ ਡਿਊਟੀ ਦੇਣੀ ਪੈਂਦੀ ਹੈ। ਬਾਹਰਲੇ ਦੇਸ਼ਾਂ 'ਚ ਤਾਂ ਬੈਂਕਾਂ 'ਚ ਕੁਰਸੀ ਹੈ ਹੀ ਨਹੀਂ। ਡਿਊਟੀ ਦੌਰਾਨ ਸ਼ੋਰੂਮਾਂ 'ਤੇ ਵੀ, ਬੈਂਕਾਂ ਦੇ ਵਿੱਚ ਵੀ ਖੜੇ ਹੋ ਕੇ ਡਿਊਟੀ ਦਿਓ। ਜਿੱਥੇ ਬੰਦਾ ਬਹਿ ਗਿਆ ਸੋ ਗਿਆ। ਤੇ ਇਸ ਵਾਸਤੇ ਮਹਾਰਾਜ ਦਾ ਹੁਕਮ ਹੈ, ਸਾਵਧਾਨ ਇਕਾਗਰ ਚੀਤ। ਇਸ ਲਈ ਮਹਾਰਾਜ ਮੈਨੂੰ ਨੀਂਦਰ ਆਉਂਦੀ ਆ ਤੇ ਇਸ ਕਰਕੇ ਮੈਂ ਖੜਾ ਹੋ ਜਾਂਦਾ ਹਾਂ ਜੀ। ਮੇਰੇ ਮਨ 'ਚ ਵਿਰਾਗ ਹੈ। ਇਹ ਬਚਨ ਸੁਣ ਕੇ ਸਤਿਗੁਰੂ ਜੀ ਇੰਨੇ ਪ੍ਰਸੰਨ ਹੋਏ। ਉਹ ਛੋਟੇ ਜਿਹੇ ਬੱਚੇ ਦੇ ਪਰਤਾਏ ਇਹ ਮਹਾਰਾਜ ਨੇ ਮਹੱਲਾ ਉਚਾਰਨ ਕਰਕੇ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਨਾਨਕ ਇਹੋ ਜਿਉ ਮਛਲੀ। ਸਤਿਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਇਹ ਜਿਹੜਾ ਜੀਵ ਹੈ ਇਹ ਮੱਛੀ ਦੀ ਤਰ੍ਹਾਂ ਹੈ। ਜੀਵਰ ਤ੍ਰਿਸ਼ਨਾ ਕਾਲ। ਇਸ ਤ੍ਰਿਸ਼ਨਾਲੂ ਜੀਵ ਨੂੰ ਪਕੜਨ ਵਾਲਾ ਕਾਲ ਰੂਪੀ ਜੀਵਰ ਹੈ, ਜਾਂ ਇਹ ਤ੍ਰਿਸ਼ਨਾਲੂ ਜੀਵ ਮੱਛੀ ਦੀ ਨਿਆਈ ਹੈ ਤੇ ਕਾਲ ਰੂਪੀ ਜੀਵਰ ਹੈ। ਮਛਲੀ ਜਾਲ ਨਾ ਜਾਣਿਆ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਵਿੱਚ
पहले पातशाह दे पावन दृष्टांत है। मछली जाल न जानिया सर खारा यस गाहो, हथ सियाणी सोहनी क्योंकि तो वेसाहो, कीते कारण पकड़ी काल न ढले सिराहो, भाई रे क्यों सिर जानो काल, जो मच्छी त्यों मानसा पवे अचिंता जाल। ये जीव मच्छी की तरह पकड़िया जाएगा। अज का गुरुद्वारा सिंह शहीदां दा उपरले दरबार का हुक्मनामा भी यही सी कि डीहर न्याई मोहे फाक्यो रे, डीहर मच्छी की तरह मैनू काल रूपी चीवर ने या माया के जकड़बंद ने फसाया होया है। असी मच्छी की तरह फसे हुए हैं। मनुआ अंध न चेतई, ये अज्ञानी जिहड़ा मन है ये वाहिगुरु नू या काल नू याद नहीं करता, पड़े चिंता जाल। इसे करके अचानक ही अचनचेती काल का जाल आके पै जाता, पता ही नहीं लगता किधरों आया। धन धन श्री गुरु गोबिंद सिंह महाराज कलगीधर दशमेश पिता गुरुद्वारे विभौर साहब आप गए हो, सतलुज के किनारे ते महाराज आपकी मौज के मालक विचर रहे थे। की वेखिया एक बारा सिंह जल छकन वास्ते आया। जदों पानी पी रहा सी तां ओहदी चमकीली अख वाल वेख के मच्छी ने झपट मारी, तां एक सिंह विच फस गई। मच्छी वाल वेख करके उपर उड़दी इल ने झपट मारी, वो दूजे सिंह च फस गई। शिकारी आया, उन्हें तीर सिन के 12 सिंगा मारता। शिकारी दे पैरों दे विच सप दी रुढ़ सीगी, सप निकलिया, उन्हें शिकारी दे पैर दी डंग मारिया ते शिकारी नूं मार कत्तिया। इक्को समय कई मौतां वेख के गुरु महाराज ने श्री दसम दी बाणी दे विच ये शब्द उच्चारण करके दर्ज किया है। महाराज फरमाउंदे ने, जल कहाँ थल कहाँ गगन के गौण कहाँ, काल के बनाए सब काल ही चबाहांगे। जल दे विच विचरण वाली मच्छी की है, थल खुश्क जगह ते विचरण वाला 12 सिंगा की है, गगन आकाश दे विच उड़न वाली इल की है। काल दे बनाए हुए सब काल ही चब जाएगा। हर जियो काल सदा सिर ऊपर ठंड, काल मौत साडे सिर ऊपर खड़ी है। इस वास्ते जन्म जन्म राई जन्मा जन्मांतरां दी जो वैरी बनी हुई है। जिस काल ने सो महाराज ने दसम दी बाणी में लिखिया होया है, कहंदे ने किते कृष्ण से कीट पोटे उपाए वो सारे गड़े फिर मेटे बनाए। ये काल दी खेड़ है। काल पाए ब्रह्मा अवतरा, काल पाए शिवजू अवतरा, काल पाए कर विष्णु प्रकाशा, सकल काल का किया तमाशा। जमन काल जोगी शिव कियो, वेदराज ब्रह्मा जो थियो। कालन को काल महा कालन को काल है, वो जिहड़ा काल पुरख है उन्हें मौत का इहो जिहा अडंब रचिया होया कि इंसान नूं जीव नूं पता ही नहीं चलन दिंदा। काल दे बनाए सब काल ही चब के लै जांदा। मनुआ अंध न चेतई, बड़े अचिंता जाल। अज्ञानी मन वाहिगुरु नूं याद नहीं करता, अचनचेत ही काल दा जाल उहदे सिर उपर आके पै जांदा ते मच्छी की तरह पकड़िया जांदा। नानक चेत अचेत है। सतगुरु महाराज कथन करते कि अज्ञानी जीव का जो चित हिरदा है परमेश्वर के चेतन तो रहत है, चिंता बद्धा जाए। इसे करके मौत की चिंता सोच विच मझा होया, वासना के अनुसार लोक परलोक विच आउंदा अते तुरिया जांदा है। नदर करे जे अपनी, हाँ जेकर परमेश्वर ऐसे जीवन ते अपनी कृपा भरी दृष्टि कर देवे तां आपे लय मिलाए, तां गुरां द्वारा आपे अपने आत्मा स्वरूप या अपने सच स्वरूप दे नाल मिला लैंदा है। पौड़ी प्यार नाल सुनो। तीजे पातशाह श्री गुरु अमरदास महाराज जी उचारण कर रहे हैं, से जन साचे सदा सदा। वो जन पुरख पिछे भी सच्चे सी, हुण भी सच्चे ने
और अगे नूं भी सदा सदा सच्चे हन। जिन्हें हर रस पीता, जिन्हां ने हरि परमेश्वर दे प्रेम रस नूं पीना कीता है। गुरमुख सच्चा मन वसै, गुरमुख जिन्हां दे मन हिरदे विच सच्चा परमेश्वर वसदा है। सच सौदा कीता, क्योंकि उन्होंने गुरां द्वारा सच्चे नाम का सौदा वणज व्यापार किया है। सच व्यापार प्रभु व्यापारी, ये गुरु साहब का हुक्म है कि यह व्यापारियों सच्चे नाम का व्यापार करो। दरगाह निभे खेप तुम्हारी, तां तुहाडी खेप दरगाह दे विच पूरी निभेगी। किन्ही बन जिया कांसी तांबा, किन्ही लौंग सुपारी, संतो बन जिया नाम गोविंद का, ऐसी खेप हमारी हर के नाम के व्यापारी। हीरा हाथ चढ़िया निर्मूलक, छूट गई संसारी। सो जो गुरमुख ने उन्होंने सच सौदा कीता, सच्चे नाम का सौदा वणज व्यापार किया है। सब किश घर ही माही है, सब किश घर में है बाहर नाही। बाहर टोलै सो भरम भुलाही। सब कुछ महाराज कहते घर विच ही है। साचे साहिबा क्या नहीं घर तेरा, घर तां तेरा सब कुछ है, जिस देहे सो पावे। पर वड भागी लीता, वड्डे भागां वालियां ने लिया है। घर केड़ा है? एक तो साध संगत रूपी घर है। परमेश्वर दे साध संगत रूपी घर विच, गुरुद्वारा साहब रूपी घर विच सब कुछ ही है। पर वड्डे भागां वालियां नूं लभ्या है। आपां तां चाह परौंठियां दे लालच विच ही पए रहिंदे आ, माया तेले दे लालच विच ही पए रहिंदे आ। पर महाराज जे घर ब्रह्म ज्ञान भी है। सत संतोख धीरज धर्म विचार शुभ गुण भी ने। थाल विच तिन वस्तु पईओ, सत संतोख विचारो, अमृत नाम ठाकुर का पयो, जिसका सबसे आधारो। वो वड्डे भागां वालियां ने लिया है। दाता दात रखी हथ अपने, जिस भावै तिस देई, नानक नाम रते सुख पाया, दरगह जापै से। सब कुछ घर दे विच ही है। वड्डे भागां वालियां ने इस नूं लिया, प्राप्त किया है। अंदर अंतर तृष्णा मर गई, जिन्हां दे हिरदे अंदरों रसा कसां दे भोगां दी तृष्णा मर गई, पाप निवृत्त हो गई है। हर गुण गावीता, वो आप परमेश्वर के गुणां नूं गाउंदे ने अते होरनां तों भी गुण गवाउंदे ने। जा नानक तूड़ मंगै तिस गुर सिख की, जो आप जपै अबर नाम जपावै। आपे मेल मिलायन, आपे दे बुझाई। उन्हां नूं परमेश्वर आप ही गुरां द्वारा गौण गौण की सिक्ख्या समझा दिंदा है, अते फिर आप ही अपने स्वरूप के मेल नाल मिला लैंदा है। वाहो वाहो सच्चे पातशाह, तू सच्ची नाय। ये पावन पंक्ति श्री गुरु हरगोबिंद साहब महाराज के हुक्म मुताबिक पढ़न की आग्या है कि हरेक पौड़ी की समाप्ति तो बाद ये पंक्ति लाजमी पढ़नी है। ये सच्चे पातशाह तू वाहो आश्चर्य है अते वाहो विस्माद स्वरूप है। तू सच्ची नाई अते तू आप ही सच्ची नाई महिमा वाला है, सच्ची आवाज़ वाला है। ये गुरु महाराज साहब ने कृपा की, बख्शिश की है। भुलां चुका क्षमा करनी है जी, अगे दोस्त मत बख्शनी। आपे मेल मिलायन, आपे दे बुझाई। वाहो वाहो सच्चे पातशाह, तू सच्ची नाई। वाहिगुरु जी का खालसा, वाहिगुरु जी की फतेह।